ਸੰਗਤ ਜੀ, ਮੈਂ ਨਵਨੀਤ ਵਰਮਾ ਤੁਹਾਡੇ ਆਪਣੇ ਚੈਨਲ ਗੁਰੂ ਬੰਦਗੀ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਸੰਗਤ ਜੀ, ਅਗਰ ਤੁਸੀਂ ਸਾਖੀਆਂ ਸੁਣਨਾ ਪਸੰਦ ਕਰਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਪਰਿਵਾਰ ਦਾ ਹਿੱਸਾ ਬਣੋ ਜੀ। ਅੱਜ ਦੀ ਸਾਖੀ ਸੁਣ ਕੇ ਅਸੀਂ ਇਹ ਜਾਣ ਪਾਵਾਂਗੇ ਕਿ ਅਗਰ ਅਸੀਂ ਬੱਚੇ ਨੂੰ ਵਿਗੜਦੇ ਹੋਏ ਨਹੀਂ ਦੇਖਣਾ ਚਾਹੁੰਦੇ ਹਾਂ, ਅਗਰ ਅਸੀਂ ਚਾਹੁੰਦੇ ਹਾਂ ਕਿ ਉਹ ਵੱਡੇ ਹੋ ਕੇ ਸੰਤਮਤ ਦੀ ਰਾਹ ਦੇ ਉੱਤੇ ਚੱਲਣ, ਉਹਨਾਂ ਦੀ ਮੱਤ ਗੁਰਮਤ ਵਾਲੀ ਹੋਵੇ ਨਾ ਕਿ ਮਨਮਤ ਵਾਲੀ, ਫਿਰ ਇਹ ਸਾਖੀ ਪੂਰੀ ਸੁਣਨ ਦੀ ਕਿਰਪਾਲਤਾ ਕਰਨਾ ਜੀ। ਸੰਗਤ ਜੀ, ਇਸ ਦੁਨੀਆ ਦੇ ਵਿੱਚ ਜਦੋਂ ਵੀ ਇਨਸਾਨ ਨੂੰ ਕਿਤੇ ਕੋਈ ਮੁਸੀਬਤ ਆਉਂਦੀ ਹੈ ਜਾਂ ਉਹ ਕਿਸੇ ਕੋਈ ਮੁਸੀਬਤ ਦੇ ਵਿੱਚ ਫਸ ਜਾਂਦਾ ਹੈ ਜਿਸ ਦਾ ਹੱਲ ਨਾ ਹੁੰਦਾ ਹੋਵੇ, ਫਿਰ ਉਹ ਬੰਦਾ ਉਸ ਮਾਲਕ ਦੇ ਦਰਵਾਜ਼ੇ ਦੇ ਉੱਤੇ ਚਲਾ ਜਾਂਦਾ ਹੈ, ਉਸ ਮਾਲਕ ਦਾ ਦਰਵਾਜ਼ਾ ਖਟਖਟਾਉਂਦਾ ਹੈ, ਕਿਉਂਕਿ ਉਹ ਇਹ ਜਾਣ ਲੈਂਦਾ ਹੈ ਕਿ ਹੁਣ ਅਗਰ ਉਸ ਦੀ ਕੋਈ ਮਦਦ ਕਰ ਸਕਦਾ ਹੈ ਤੇ ਉਹ ਮਾਲਕ ਹੈ, ਉਹ ਸਤਿਗੁਰ ਹੈ। ਇਨਸਾਨ ਇਹ ਨਹੀਂ ਸੋਚਦਾ ਕਿ ਜੇ ਤੂੰ ਸ਼ੁਰੂ ਤੋਂ ਹੀ ਉਸ ਮਾਲਕ ਦੇ ਨਾਲ ਜੁੜਿਆ ਰਵੇਂ ਤੇ ਫਿਰ ਤੈਨੂੰ ਇਦਾਂ ਦੀ ਕੋਈ ਮੁਸੀਬਤ ਆ ਹੀ ਨਹੀਂ ਸਕਦੀ ਜਿਸ ਦਾ ਕੋਈ ਹੱਲ ਨਾ ਹੋਵੇ। ਪਰ ਅਸੀਂ ਪੂਰੇ ਢੀਠ ਹਾਂ, ਜਦ ਤੱਕ ਸਾਨੂੰ ਕੋਈ ਦੁੱਖ ਨਾ ਆ ਜਾਵੇ ਤਦ ਤੱਕ ਅਸੀਂ ਉਸ ਮਾਲਕ ਨੂੰ ਯਾਦ ਹੀ ਨਹੀਂ ਕਰਦੇ, ਅਸੀਂ ਉਸ ਦਾ ਭਜਨ ਸਿਮਰਨ ਹੀ ਨਹੀਂ ਕਰਦੇ। ਮਾफ़ ਕਰਨਾ, ਫਿਰ ਇਹ ਤਾਂ ਮਤਲਬ ਦਾ ਪਿਆਰ ਹੋਇਆ। ਖੈਰ, ਅੱਜ ਦੀ ਸਾਖੀ ਦੇ ਵਿੱਚ ਸਾਨੂੰ ਸਤਿਗੁਰੂ ਨੇ ਇਹ ਦੱਸਿਆ ਹੈ ਕਿ ਅਗਰ ਅਸੀਂ ਚੁੱਪਚਾਪ ਅਗਰ ਇੱਕ ਕੰਮ ਕਰਦੇ ਰਹੀਏ ਤੇ ਸਾਡੇ ਬੱਚੇ ਵੱਡੇ ਹੋ ਕੇ ਵਿਗੜਨਗੇ ਨਹੀਂ, ਕਿਸੇ ਗਲਤ ਸੰਗਤ ਦੇ ਵਿੱਚ ਨਹੀਂ ਜਾਣਗੇ। ਅਗਰ ਉਹ ਕਿਤੇ ਗਲਤ ਸੰਗਤ ਦੇ ਵਿੱਚ ਚਲੇ ਵੀ ਗਏ ਤੇ ਗਲਤ ਸੰਗਤ ਦਾ ਉਹਨਾਂ ਦੇ ਉੱਤੇ ਕੋਈ ਪ੍ਰਭਾਵ ਨਹੀਂ ਪਵੇਗਾ। ਉਹ ਕਿਹੜਾ ਕੰਮ ਹੈ, ਆਓ ਅੱਜ ਅਸੀਂ ਇਸ ਸਾਖੀ ਦੇ ਵਿੱਚ ਸਰਵਣ ਕਰਦੇ ਹਾਂ। ਇੱਕ ਵਾਰ ਦੀ ਗੱਲ ਹੈ ਕਿ ਇੱਕ ਪਤੀ ਪਤਨੀ ਸਾਸੰਗ ਸੁਣਨ ਗਏ। ਉਹਨਾਂ ਦੀ ਗੋਦ ਦੇ ਵਿੱਚ 6-7 ਮਹੀਨਿਆਂ ਦਾ ਇੱਕ ਬੱਚਾ ਵੀ ਸੀ। ਉਹ ਪਤੀ ਪਤਨੀ ਜਦੋਂ ਉੱਥੇ ਪਹੁੰਚੇ, ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦੇ ਅੱਗੇ ਮੱਥਾ ਟੇਕਿਆ ਤੇ ਸਾਸੰਗ ਸੁਣਨ ਵਿੱਚ ਬੈਠ ਗਏ। ਬਾਬਾ ਜੀ ਨੇ ਉਹਨਾਂ ਨੂੰ ਆਂਦੇ ਹੋਏ ਦੇਖਿਆ, ਕਿਉਂਕਿ ਉਸ ਵੇਲੇ ਸੰਗਤ ਥੋੜੀ ਸੀ, ਇਸ ਲਈ ਉਹਨਾਂ ਨੇ ਉਹਨਾਂ ਦੇ ਉੱਤੇ ਵੀ ਨਿਗਾਹ ਮਾਰੀ ਤੇ ਉਸ ਦੇ ਬੱਚੇ ਨੂੰ ਵੀ ਦੇਖਿਆ। ਉਹ ਦੋਨੋਂ ਮੀਆਂ ਬੀਬੀ ਬੱਚੇ ਨੂੰ ਗੋਦ ਦੇ ਵਿੱਚ ਲੈ ਕੇ ਸਤਸੰਗ ਦੇ ਵਿੱਚ ਬੈਠ ਗਏ। ਹੁਣ ਸਤਿਗੁਰ ਤਾਂ ਪੂਰੇ ਜਾਨੀ ਜਾਣ ਹੁੰਦੇ ਨੇ, ਚਾਹੇ ਸੰਗਤ ਜਿੰਨੀ ਮਰਜ਼ੀ ਆਈ ਹੋਵੇ, ਉਹ ਸਾਰਿਆਂ ਦੇ ਉੱਤੇ ਦ੍ਰਿਸ਼ਟੀ ਪਾਉਂਦੇ ਨੇ। ਸੋ ਸੰਗਤ ਜੀ, ਅਸੀਂ ਸਤਿਗੁਰੂ ਨੂੰ ਕੀ ਜਾਣ ਸਕਦੇ ਹਾਂ। ਖੈਰ, ਉਹ ਮੀਆਂ ਬੀਬੀ ਸਤਸੰਗ ਸੁਣਨ ਵਾਸਤੇ ਬੈਠ ਗਏ। ਗੁਰੂ ਸਾਹਿਬ ਨੇ ਸਤਸੰਗ ਕੀਤਾ। ਸਤਸੰਗ ਖਤਮ ਹੋਇਆ। ਜਦ ਸਤਸੰਗ ਖਤਮ ਹੋਇਆ ਤੇ ਸੰਗਤ ਉੱਠ ਕੇ ਚਲੀ ਗਈ, ਪਰ ਉਹ ਮੀਆਂ ਬੀਬੀ ਉੱਥੇ ਹੀ ਬੈਠ ਕੇ ਰੋਂਦੇ ਰਹੇ। ਗੁਰੂ ਸਾਹਿਬ ਨੇ ਆਪਣੇ ਸੇਵਾਦਾਰ ਨੂੰ ਕਿਹਾ ਕਿ ਜਾਓ ਉਸ ਮੀਆਂ ਬੀਬੀ ਨੂੰ ਬੁਲਾ ਕੇ ਲਿਆਓ। ਸੇਵਾਦਾਰ ਉਹ ਮੀਆਂ ਬੀਬੀ ਕੋ ਗਿਆ ਔਰ ਕਿਹਾ ਕਿ ਤੁਹਾਨੂੰ ਗੁਰੂ ਸਾਹਿਬ ਬੁਲਾ ਰਹੇ ਨੇ। ਉਹ ਮੀਆਂ ਬੀਬੀ ਬਾਬਾ ਜੀ ਦੇ ਅੱਗੇ ਪੇਸ਼ ਹੋ ਗਏ। ਸਤਿਗੁਰੂ ਨੇ ਕਿਹਾ ਕਿ ਕੀ ਗੱਲ ਹੋਈ ਹੈ, ਸਤਸੰਗ ਤਾਂ ਕਦ ਦਾ ਸਮਾਪਤ ਹੋ ਗਿਆ ਹੈ ਔਰ ਤੁਸੀਂ ਰੋਈ ਜਾ ਰਹੇ ਹੋ। ਉਹ ਪਤੀ ਪਤਨੀ ਨੇ ਰੋਂਦੇ ਹੋਏ ਕਿਹਾ ਕਿ ਸੱਚੇ ਪਾਤਸ਼ਾਹ, ਇਹ ਸਾਡਾ ਬੇਟਾ ਹੈ ਜੋ ਕਿ 6-7 ਮਹੀਨੇ ਦਾ ਹੈ। ਅਸੀਂ ਇੱਕ ਬਹੁਤ ਵੱਡੇ ਜੋਤਸ਼ੀ ਨੂੰ ਇਸ ਦੀ ਕੁੰਡਲੀ ਦਿਖਾਈ ਹੈ ਤੇ ਉਸ ਜੋਤਸ਼ੀ ਨੇ ਕਿਹਾ ਹੈ ਕਿ ਤੁਹਾਡਾ ਪੁੱਤਰ 3 ਸਾਲ ਦੀ ਉਮਰ ਦੇ ਵਿੱਚ ਮਰ ਜਾਵੇਗਾ, ਜਾਂ ਫਿਰ ਅਗਰ ਬਚ ਵੀ ਗਿਆ ਤੇ ਇਹ ਇੱਕ ਅੱਖ ਤੋਂ ਅੰਨਾ ਹੋ ਜਾਏਗਾ ਔਰ ਇਹ ਸਿਰੇ ਦਾ ਸ਼ਰਾਬੀ ਕਬਾਬੀ ਬਣੇਗਾ, ਖਾਨਦਾਨ ਦੀ ਪੱਤ ਰੋਲ ਦੇਵੇਗਾ। ਜਦ ਸਤਿਗੁਰੂ ਨੇ ਸਾਰੀ ਗੱਲ ਸੁਣੀ ਤੇ ਕਿਹਾ ਕਿ ਉਹ ਜੋ ਜੋਤਸ਼ੀ ਹੈ ਉਹ ਬਿਲਕੁਲ ਸੱਚ ਕਹਿ ਰਿਹਾ ਹੈ। ਇਦਾਂ ਦੇ ਜੋਤਸ਼ੀ ਬੜੇ ਘੱਟ ਹੁੰਦੇ ਨੇ ਜਿਨ੍ਹਾਂ ਨੂੰ ਜੋਤਿਸ਼ ਵਿਦਿਆ ਦਾ ਪੂਰਾ ਗਿਆਨ ਹੋਵੇ। ਜਦੋਂ ਸਤਿਗੁਰੂ ਨੇ ਇਹ ਗੱਲ ਕਹੀ ਤੇ ਪਤੀ ਪਤਨੀ ਤਾਂ ਹੋਰ ਹੀ ਜ਼ਿਆਦਾ ਰੋਣ ਲੱਗ ਗਏ। ਸੰਗਤ ਜੀ, ਕਹਿੰਦੇ ਨੇ ਕਿ 14 ਤਰ੍ਹਾਂ ਦੀਆਂ ਵਿਦਿਆਵਾਂ ਹੁੰਦੀਆਂ ਨੇ ਤੇ ਉਹਦੇ ਵਿੱਚੋਂ ਇੱਕ ਵਿਦਿਆ ਹੁੰਦੀ ਹੈ ਜੋਤਿਸ਼ ਵਿਦਿਆ। ਅੱਜ ਕੱਲ੍ਹ ਤਾਂ ਗਲੀ ਗਲੀ ਦੇ ਵਿੱਚ ਜੋਤਿਸ਼ ਬੈਠੇ ਨੇ ਜੋ ਕਿ ਪੈਸੇ ਠੱਗਣ ਨੂੰ ਬੈਠੇ ਨੇ। ਥੋੜਾ ਜਿਹਾ ਗਿਆਨ ਹਾਸਿਲ ਕਰਕੇ ਉਹ ਜੋਤਿਸ਼ ਬਣ ਜਾਂਦੇ ਨੇ, ਪਰ ਜੋ ਅਸਲੀ ਜੋਤਿਸ਼ ਹੁੰਦਾ ਹੈ ਉਹ ਆਪਣੀ ਵਿਦਿਆ ਨੂੰ ਕਦੀ ਵੀ ਨਹੀਂ ਵੇਚਦਾ, ਬਲਕਿ ਉਸ ਦਾ ਉਪਯੋਗ ਉਹ ਸਹੀ ਕੰਮ ਵਾਸਤੇ ਕਰਦਾ ਹੈ। ਪਰ ਐਸਾ ਜੋਤਸ਼ੀ ਲੱਖਾਂ ਦੇ ਵਿੱਚੋਂ ਇੱਕ ਹੀ ਹੁੰਦਾ ਹੈ, ਬਾਕੀ ਤਾਂ ਸਾਰੇ ਅੰਦਾਜ਼ੇ ਹੀ ਲਾਉਂਦੇ ਨੇ। ਗੁਰੂ ਜੀ ਨੇ ਕਿਹਾ ਕਿ ਜੋ ਤੁਹਾਨੂੰ ਉਸ ਜੋਤਸ਼ੀ ਨੇ ਦੱਸਿਆ ਹੈ ਉਹ ਬਿਲਕੁਲ ਸੱਚ ਦੱਸਿਆ ਹੈ। ਬਾਬਾ ਜੀ ਨੇ ਕਿਹਾ ਕਿ ਤੁਸੀਂ ਘਬਰਾਓ ਨਾ, ਤੁਸੀਂ ਗੁਰੂ ਨਾਨਕ ਦੇ ਦਰ ਤੇ ਆਏ ਹੋ ਤੇ ਗੁਰੂ ਨਾਨਕ ਦੇ ਦਰ ਦੇ ਉੱਤੋਂ ਕੋਈ ਵੀ ਖਾਲੀ ਹੱਥ ਨਹੀਂ ਜਾਂਦਾ। ਬਸ ਅਸੀਂ ਲੈਣ ਵਾਲੇ ਹੋਣੇ ਚਾਹੀਦੇ ਹੈ। ਅਗਰ ਸਾਡਾ ਭਾਂਡਾ ਹੀ ਉਲਟਾ ਪਿਆ ਰਹੇਗਾ ਤੇ ਸਾਨੂੰ ਖੈਰ ਕਿਸ ਤਰ੍ਹਾਂ ਪਵੇਗੀ। ਸਤਿਗੁਰੂ ਜੀ ਨੇ ਕਿਹਾ ਕਿ ਜੋ ਬੱਚੇ ਹੁੰਦੇ ਨੇ ਇਹ ਕੱਚੀ ਮਿੱਟੀ ਦੇ ਵਾਂਗ ਹੁੰਦੇ ਨੇ,
ਇਹਨਾਂ ਨੂੰ ਅਸੀਂ ਜਿੱਦਾਂ ਦੇ ਰੰਗ ਦੇ ਵਿੱਚ ਢਾਲ ਦੇਵਾਂਗੇ ਉਸੇ ਰੰਗ ਦੇ ਵਿੱਚ ਇਹ ਢਲ ਜਾਣਗੇ। ਕਿਉਂਕਿ ਬੱਚਿਆਂ ਦਾ ਜੋ ਮਨ ਹੁੰਦਾ ਹੈ ਇਹ ਬਿਲਕੁਲ ਸਾਫ਼ ਹੁੰਦਾ ਹੈ, ਬਿਲਕੁਲ ਕਲੀਅਰ ਹੁੰਦਾ ਹੈ। ਇਸ ਲਈ ਤਾਂ ਕਿਹਾ ਗਿਆ ਹੈ ਕਿ ਅਗਰ ਤੁਸੀਂ ਮਾਲਕ ਨੂੰ ਮਿਲਣਾ ਹੈ ਤੇ ਛੋਟੇ ਬੱਚੇ ਦੇ ਵਾਂਗ ਬਣ ਜਾਓ, ਆਪਣੀ ਅਕਲ ਤੇ ਚਤੁਰਾਈ ਨੂੰ ਭੁੱਲ ਜਾਓ। ਉਸ ਬੱਚੇ ਦੇ ਮਾਤਾ ਪਿਤਾ ਨੇ ਕਿਹਾ ਕਿ ਸਤਿਗੁਰੂ ਸਾਨੂੰ ਕੀ ਕਰਨਾ ਪਵੇਗਾ? ਉਹਨਾਂ ਨੇ ਕਿਹਾ ਕਿ ਇਸ ਨੂੰ ਗੁਰੂ ਨਾਨਕ ਦੇ ਲੜ ਲਾ ਦਿਓ, ਇਸ ਬੱਚੇ ਨੂੰ ਸਿਮਰਨ ਦੇ ਨਾਲ ਜੋੜ ਦੇਵੋ। ਪਤੀ ਪਤਨੀ ਨੇ ਕਿਹਾ ਕਿ ਉਹ ਕਿਸ ਤਰ੍ਹਾਂ ਮਹਾਰਾਜ? ਬਾਬਾ ਜੀ ਨੇ ਕਿਹਾ ਕਿ ਪਹਿਲਾਂ ਤੁਸੀਂ ਸਿਮਰਨ ਦੇ ਨਾਲ ਜੁੜੋ, ਆਪਣਾ ਸਿਮਰਨ ਪੱਕਾ ਕਰੋ ਤੇ ਜਦੋਂ ਵੀ ਤੁਸੀਂ ਸਿਮਰਨ ਦੇ ਉੱਤੇ ਬੈਠੋ, ਨਿਤਨੇਮ ਕਰੋ ਤੇ ਇਸ ਬੱਚੇ ਨੂੰ ਆਪਣੀ ਗੋਦ ਦੇ ਵਿੱਚ ਲਿਟਾ ਲਵੋ। ਚਾਹੇ ਬੱਚਾ ਸੁੱਤਾ ਹੋਵੇ, ਚਾਹੇ ਬੱਚਾ ਜਾਗਦਾ ਹੋਵੇ, ਜਦੋਂ ਵੀ ਤੁਸੀਂ ਸਿਮਰਨ ਤੇ ਬੈਠੋ ਇਸ ਨੂੰ ਆਪਣੀ ਗੋਦ ਦੇ ਵਿੱਚ ਬਿਠਾ ਲਓ ਤੇ ਸਿਮਰਨ ਕਰਨ ਲੱਗ ਜਾਓ। ਇਸ ਨੂੰ ਜਪਜੀ ਸਾਹਿਬ ਦਾ ਪਾਠ ਜਪਾਓ ਤੇ ਤੁਸੀਂ ਵੀ ਜਪੋ ਤਾਂ ਕਿ ਤੁਹਾਨੂੰ ਦੇਖ ਕੇ ਇਹ ਵੀ ਜਪੇ, ਕਿਉਂਕਿ ਬਾਣੀ ਦੇ ਵਿੱਚ ਬੜੀ ਤਾਕਤ ਹੁੰਦੀ ਹੈ। ਬਾਣੀ ਜਪਣ ਦੇ ਨਾਲ ਕਈ ਦੁੱਖ ਕਲੇਸ਼ ਮਿਟ ਜਾਂਦੇ ਹਨ। ਉਹ ਪਤੀ ਪਤਨੀ ਨੇ ਇਦਾਂ ਹੀ ਕੀਤਾ। ਜਦੋਂ ਵੀ ਉਹਨਾਂ ਨੇ ਬੈਠਣਾ, ਸਿਮਰਨ ਤੇ ਬੈਠਣਾ ਤੇ ਉਹਨਾਂ ਨੇ ਜ਼ੋਰ-ਜ਼ੋਰ ਦੇ ਨਾਲ ਜਪਜੀ ਸਾਹਿਬ ਦਾ ਪਾਠ ਕਰਨਾ ਤਾਂ ਕਿ ਉਸ ਬੱਚੇ ਦੇ ਕੰਨਾਂ ਦੇ ਵਿੱਚ ਗੁਰੂ ਘਰ ਦੀ ਬਾਣੀ ਪਵੇ। ਨਾਲੇ ਉਹਨਾਂ ਨੇ ਰੋਜ਼ ਅਰਦਾਸ ਕਰਨੀ ਕਿ ਮਾਲਕਾ ਸਾਨੂੰ ਬਖਸ਼ ਲੈ, ਸੱਚੇ ਪਾਤਸ਼ਾਹ ਸਾਡੇ ਬੱਚੇ ਦੀ ਰੱਖਿਆ ਕਰ, ਕਿਰਪਾ ਕਰੋ। ਉਹ ਇਸੇ ਤਰ੍ਹਾਂ ਕਰਦੇ ਰਹੇ। ਜਦੋਂ ਬੱਚਾ 3 ਸਾਲ ਦਾ ਹੋਇਆ, ਇੱਕ ਦਿਨ ਸੀੜੀਆਂ ਦੇ ਉੱਤੋਂ ਉਸ ਦਾ ਪੈਰ ਫਿਸਲ ਗਿਆ ਤੇ ਪੌੜੀਆਂ ਦੇ ਉੱਤੋਂ ਲੁੜਕਦਾ ਹੋਇਆ ਉਹ ਜ਼ਮੀਨ ਦੇ ਉੱਤੇ ਆ ਗਿਰਿਆ ਤੇ ਬੇਹੋਸ਼ ਹੋ ਗਿਆ। ਜਦ ਉਸ ਦੇ ਮਾਪਿਓ ਨੇ ਉਸ ਨੂੰ ਚੱਕਿਆ ਤੇ ਦੇਖਿਆ ਕਿ ਬੱਚੇ ਦੀ ਅੱਖ ਦੇ ਕੋਲ 2-3 ਇੰਚ ਡੂੰਘਾ ਗਹਿਰਾ ਜ਼ਖਮ ਹੋ ਗਿਆ ਹੈ ਤੇ ਬੱਚੇ ਦੇ ਸਿਰ ਦੇ ਵਿੱਚੋਂ ਖੂਨ ਨਿਕਲ ਰਿਹਾ ਹੈ। ਉਹ ਬਹੁਤ ਘਬਰਾ ਗਏ। ਉਹਨਾਂ ਨੇ ਫਟਾਫਟ ਬੱਚੇ ਨੂੰ ਚੱਕਿਆ ਤੇ ਹਸਪੀਟਲ ਲੈ ਗਏ। ਜਦ ਡਾਕਟਰ ਨੇ ਦੇਖਿਆ, ਉਸ ਦਾ ਇਲਾਜ ਕੀਤਾ ਤੇ ਬਾਹਰ ਆ ਕੇ ਉਸ ਦੇ ਮਾਪਿਓ ਨੂੰ ਕਹਿੰਦਾ ਹੈ ਕਿ ਕਮਾਲ ਹੈ, ਇੰਨੀ ਗਹਿਰੀ ਚੋਟ ਲੱਗਣ ਦੇ ਨਾਲ ਵੀ ਇਸ ਦੀ ਅੱਖ ਬਚ ਗਈ, ਹੁਣ ਇਹ ਬਿਲਕੁਲ ਸਹੀ ਸਲਾਮਤ ਹੈ। ਸੰਗਤ ਜੀ, ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਜੋਸ਼ੀ ਦੀ ਵੀ ਇੱਥੇ ਗੱਲ ਸਹੀ ਸਾਬਿਤ ਹੋ ਗਈ ਤੇ ਸਿਮਰਨ ਦੇ ਨਾਲ ਜੁੜਨ ਕਰਕੇ ਸੂਲੀ ਦੀ ਸੂਲ ਬਣ ਗਈ। ਸਿਮਰਨ ਦੇ ਵਿੱਚ ਬਹੁਤ ਪਾਵਰ ਹੁੰਦੀ ਹੈ। ਸਤਿਗੁਰ ਦੀ ਦਇਆ ਮਿਹਰ ਦੇ ਨਾਲ ਦੁੱਖ ਆਇਆ ਵੀ ਤੇ ਅੱਖ ਵੀ ਬਚ ਗਈ। ਇਸੇ ਲਈ ਬਾਣੀ ਵਿੱਚ ਆਇਆ ਹੈ ਕਿ 3 ਲੋਕ 9 ਖੰਡ ਮੇਂ ਗੁਰੂ ਸੇ ਬੜਾ ਨਾ ਕੋਏ, ਕਰਤਾ ਕਰੇ ਨਾ ਕਰ ਸਕੇ, ਗੁਰੂ ਕਰੇ ਸੋ ਹੋਏ। ਇੱਕ ਜਗ੍ਹਾ ਬਾਣੀ ਹੋਰ ਫਰਮਾਨ ਕਰਦੀ ਹੈ कि राम किशन से को बड़ा, तिन्हों ने भी गुर कीन, 3 लोक के नायका, गुर आगे आधीन। राम किशन महाराज खुद त्रिलोकी ਦੇ ਮਾਲਕ ਸਨ, ਉਹਨਾਂ ਨੂੰ ਵੀ ਗੁਰੂ ਧਾਰਨਾ ਪਿਆ। ਖੈਰ ਸੰਗਤ ਜੀ, ਉਹ ਬੱਚਾ ਵੱਡਾ ਹੋ ਕੇ 에ਅਰ ਫੋਰਸ ਦੇ ਵਿੱਚ ਡਾਕਟਰ ਬਣਿਆ। 에ਅਰ ਫੋਰਸ ਦਾ ਆਪ ਜੀ ਨੂੰ ਪਤਾ ਹੀ ਹੈ ਕਿ ਉੱਥੇ ਮਾਸ ਵਗੈਰਾ ਵੀ ਖਾਂਦੇ ਨੇ ਤੇ ਸ਼ਰਾਬ ਵਗੈਰਾ ਵੀ ਕਈ ਵੇਲੇ ਲੈ ਲੈਂਦੇ ਨੇ। ਪਰ ਉਹ ਬੱਚੇ ਦਾ ਇਹਨਾਂ ਚੀਜ਼ਾਂ ਵੱਲ ਕੋਈ ਧਿਆਨ ਨਹੀਂ ਗਿਆ, ਕੋਈ ਪ੍ਰਭਾਵ ਨਹੀਂ ਪਿਆ, ਕਿਉਂਕਿ ਉਹ ਸਤਸੰਗ ਸੇਵਾ ਕਰਕੇ ਹੀ ਵੱਡਾ ਹੋਇਆ ਸੀ, ਸਿਮਰਨ ਦੇ ਨਾਲ ਸ਼ੁਰੂ ਤੋਂ ਹੀ ਜੁੜਿਆ ਹੋਇਆ ਸੀ। ਉਹ ਆਪਣਾ ਖਾਣਾ ਅਲੱਗ ਤੋਂ ਵੈਜੀਟੇਰੀਅਨ ਖਾਣਾ ਬਣਵਾਉਂਦਾ ਰਿਹਾ ਤੇ ਖਾਂਦਾ ਰਿਹਾ। ਉਸ ਦਾ ਮਨ ਇੰਨਾ ਪੱਕਾ ਹੋ ਗਿਆ ਸੀ ਕਿ ਉਸ ਦੇ ਉੱਤੇ ਸੰਗਤ ਦਾ ਵੀ ਹੁਣ ਕੋਈ ਅਸਰ ਨਾ ਹੋਇਆ। ਸੰਗਤ ਜੀ, ਅਗਰ ਬੱਚਾ ਮਾਂ ਦੇ ਪੇਟ ਦੇ ਵਿੱਚ ਹੋਵੇ ਤੇ ਮਾਂ ਭਜਨ ਸਿਮਰਨ ਨੂੰ ਵਕਤ ਦਿੰਦੀ ਹੋਵੇ ਤੇ ਬੱਚਾ ਪੱਕਾ ਗੁਰਮੁਖ ਹੀ ਪੈਦਾ ਹੋਵੇਗਾ। ਅਗਰ ਉਸ ਵੇਲੇ ਭਜਨ ਸਿਮਰਨ ਮਾਂ ਨੇ ਨਾ ਵੀ ਕੀਤਾ ਹੋਵੇ ਤੇ ਬੱਚਾ ਪੈਦਾ ਹੋਣ ਤੋਂ ਬਾਅਦ ਬੱਚੇ ਨੂੰ ਗੋਦ ਦੇ ਵਿੱਚ ਬਿਠਾ ਕੇ ਮਾਂ ਸਿਮਰਨ ਕਰਨਾ ਸ਼ੁਰੂ ਕਰ ਦੇਵੇ, ਬੱਚਾ ਪੱਕਾ ਗੁਰਮੁਖ ਹੀ ਬਣੇਗਾ। ਸਾਨੂੰ ਆਪਣੇ ਬੱਚਿਆਂ ਨੂੰ ਛੋਟੇ ਹੁੰਦੇ ਤੋਂ ਹੀ ਪਰਮਾਰਥ ਦੇ ਨਾਲ ਜੋੜਨਾ ਚਾਹੀਦਾ ਹੈ ਤਾਂ ਕਿ ਬਚਪਨ ਦੇ ਵਿੱਚ ਹੀ ਉਹਨਾਂ ਦੀ ਨੀਂਹ ਮਜ਼ਬੂਤ ਹੋ ਜਾਵੇ। ਅਗਰ ਉਹ ਕਿਤੇ ਗਲਤ ਸੰਗਤ ਦੇ ਵਿੱਚ ਚਲੇ ਵੀ ਜਾਣ ਤੇ ਗਲਤ ਸੰਗਤ ਦਾ ਬੱਚੇ ਦੇ ਉੱਤੇ ਕੋਈ ਅਸਰ ਨਾ ਹੋਵੇ, ਉਸ ਨੂੰ ਉਹ ਮਾਲਕ ਬਚਾ ਹੀ ਲਵੇਗਾ, ਜਾਂ ਫਿਰ ਉਹ ਇਦਾਂ ਦਾ ਮਾਹੌਲ ਬਣਾ ਦੇਵੇਗਾ ਕਿ ਬੁਰੀ ਸੰਗਤ ਵਾਲੇ ਆਪਣੇ ਆਪ ਹੀ ਪਿੱਛੇ ਹੋ ਜਾਣਗੇ, ਜਾਂ ਉਹ ਆਪਣੇ ਸੇਵਕ ਦੀ ਮਤੀ ਹੀ ਇੰਨੀ ਮਜ਼ਬੂਤ ਬਣਾ ਦੇਵੇਗਾ ਕਿ ਬੁਰੀ ਸੰਗਤ ਦੇ ਵੱਲ ਉਹ ਆਕਰਸ਼ਿਤ ਹੀ ਨਹੀਂ ਹੋ ਪਾਵੇਗਾ। ਸੰਗਤ ਜੀ, ਜਦੋਂ ਅਸੀਂ ਉਸ ਮਾਲਕ ਦੇ ਉੱਤੇ ਪੂਰਾ ਭਰੋਸਾ ਰੱਖਦੇ ਹਾਂ ਸੱਚੇ ਦਿਲੋਂ, ਫਿਰ ਉਹ ਮਾਲਕ ਵੀ ਉਸ ਭਰੋਸੇ ਦੀ ਲਾਜ ਰੱਖਦਾ ਹੈ ਤੇ ਕਈ ਵੇਲੇ ਐਸੇ ਚਮਤਕਾਰ ਕਰ ਦਿਖਾਉਂਦਾ ਹੈ ਕਿ ਜਿਸ ਦੇ ਉੱਤੇ ਸਾਨੂੰ ਯਕੀਨ ਨਹੀਂ ਆਉਂਦਾ। ਸੰਗਤ ਜੀ, ਇਹ ਚਮਤਕਾਰ ਹੀ ਸੀ ਕਿ ਉਸ ਬੱਚੇ ਦੀ ਅੱਖ ਵੀ ਬਚ ਗਈ ਤੇ ਉਸ ਨੂੰ ਮਾਲਕ ਨੇ ਚੰਗੇ ਰਾਸਤੇ ਦੇ ਉੱਤੇ ਵੀ ਪਾਇਆ ਔਰ ਇੱਕ ਕਾਮਯਾਬ ਡਾਕਟਰ ਬਣਾਇਆ। ਸੋ ਸਾਨੂੰ ਚਾਹੀਦਾ ਹੈ ਕਿ ਅਗਰ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਉਜਵਲ ਚਾਹੁੰਦੇ ਹਾਂ
ਸੁੰਦਰ ਬਣਾਉਣਾ ਚਾਹੁੰਦੇ ਹਾਂ ਤੇ ਉਹਨਾਂ ਨੂੰ ਬਚਪਨ ਤੋਂ ਹੀ ਬਾਣੀ ਦੇ ਨਾਲ ਜੋੜੀਏ, ਸਤਸੰਗ ਦੇ ਨਾਲ ਜੋੜੀਏ, ਤਾਂ ਕਿ ਉਹ ਹਮੇਸ਼ਾ ਗੁਰਮਤ ਦੀ ਰਾਹ ਦੇ ਉੱਤੇ ਚੱਲਣ, ਨਾ ਕਿ ਮਨਮਤ ਦੀ ਰਾਹ ਦੇ ਉੱਤੇ। ਸੋ ਸਾਧ ਸੰਗਤ ਜੀ, ਹੁਣ ਅਸੀਂ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਹਾਂ। ਅਗਰ ਤੁਸੀਂ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਪਰਿਵਾਰ ਦਾ ਹਿੱਸਾ ਬਣੋ, ਸਾਨੂੰ ਆਪਣਾ ਪਿਆਰ ਦਿਓ ਜੀ। ਫਿਰ ਮਿਲਾਂਗੇ ਇੱਕ ਨਵੀਂ ਸਾਖੀ ਦੇ ਨਾਲ।